ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿੱਚ। ਤੇ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜਿਹੜਾ 3 ਹਿੱਸਿਆਂ ਵਿੱਚ ਵੰਡਿਆ ਹੋਇਆ ਸਮਾਂ ਹੈ ਉਸ ਦੇ ਬਾਰੇ। ਸਮੇਂ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ, ਜਿਵੇਂ ਵਰਤਮਾਨ ਕਾਲ, ਭਵਿੱਖ ਕਾਲ ਤੇ ਭੂਤਕਾਲ, ਜਾਂ ਅਸੀਂ ਇਹ ਵੀ ਕਹਿ ਦਿੰਦੇ ਹਾਂ ਕਿ ਪਾਸਟ, ਪ੍ਰੈਜੈਂਟ ਤੇ ਫਿਊਚਰ। ਜਦੋਂ ਅਸੀਂ ਭੂਤਕਾਲ ਨੂੰ ਲੱਭਦੇ ਹਾਂ ਤੇ ਇਤਿਹਾਸ ਵਿੱਚੋਂ, ਪੁਰਾਣੇ ਗ੍ਰੰਥਾਂ ਵਿੱਚੋਂ ਇਹਨਾਂ ਨੂੰ ਫਰੋਲ ਕੇ ਪੁਰਾਣੀ ਤਵਾਰੀਖ ਬਾਰੇ ਜਾਣਿਆ ਜਾ ਸਕਦਾ ਹੈ। ਸਾਰਾ ਭੂਤਕਾਲ ਪੁਰਾਣੀਆਂ ਕਿਤਾਬਾਂ ਦੇ ਵਿੱਚ ਛੁਪਿਆ ਪਿਆ ਹੈ। ਇਹਨਾਂ ਗ੍ਰੰਥਾਂ ਦੇ ਕਾਲੇ ਅੱਖਰ ਛੁਪਾਈ ਬੈਠੇ ਨੇ ਉਸ ਵਕਤ ਦੇ ਕਾਲ ਨੂੰ, ਜਦ ਕਦੀ ਰਾਜਿਆਂ ਦੇ ਰਾਜ ਹੁੰਦੇ ਸਨ। ਬਹੁਤ ਸਾਰੀਆਂ ਜੰਗਾਂ ਕਦੇ ਇਸ ਧਰਤੀ ਤੇ ਹੋਈਆਂ। ਮਨੁੱਖੀ ਜੀਵਨ ਦੀਆਂ ਪੁਰਾਣੀਆਂ ਯਾਦਾਂ ਤਵਾਰੀਖ ਵਿੱਚੋਂ ਤਾਜ਼ੀਆਂ ਹੁੰਦੀਆਂ ਨੇ। ਜਿਹੜੀ ਮਿੱਟੀ ਅੱਜ ਸਾਡੇ ਪੈਰਾਂ ਦੇ ਥੱਲੇ ਹੈ, ਸਾਡੇ ਵਾਂਗ ਇਸ ਵਿੱਚੋਂ ਅਨੇਕਾਂ ਪੈਦਾ ਹੋਏ ਤੇ ਅੰਤ ਸਮੇਂ ਅਨੇਕਾਂ ਇਸ ਖਾਕ ਦੇ ਵਿੱਚ ਮਿਲ ਗਏ। ਪਰ ਕੁਝ ਰਾਜੇ ਜਾਂ ਮਸ਼ਹੂਰ ਲੋਕ, ਉਹਨਾਂ ਦੇ ਨਾਮ ਸਾਨੂੰ ਇਤਿਹਾਸ ਦੇ ਵਿੱਚੋਂ ਮਿਲਦੇ ਹਨ। ਪਰ ਬਹੁਤ ਸਾਰੇ ਐਸੇ ਵੀ ਨੇ ਜਿਹੜੇ ਬਿਨਾਂ ਕਿਸੇ ਯਾਦ ਤੋਂ, ਬਿਨਾਂ ਕਿਸੇ ਨਾਮ ਤੋਂ ਇਸ ਧਰਤੀ ਤੇ ਆ ਕੇ ਇਸ ਧਰਤੀ ਤੋਂ ਚਲੇ ਗਏ। ਅਨੇਕਾਂ ਤਰ੍ਹਾਂ ਦੇ ਲੋਕ ਆਪਣੇ ਆਪਣੇ ਤਰੀਕਿਆਂ ਨਾਲ ਦੁਨੀਆ ਤੇ ਆਪਣੀਆਂ ਯਾਦਾਂ ਛੱਡ ਜਾਂਦੇ ਹਨ। ਕੋਈ ਅਮੀਰ ਰਾਜਾ ਕੋਈ ਕਿਲਾ ਬਣਾ ਕੇ ਜਾਂ ਮਹਿਲ ਬਣਾ ਕੇ ਆਪਣੀ ਯਾਦ ਛੱਡ ਜਾਂਦਾ ਹੈ। ਕੋਈ ਧਾਰਮਿਕ ਮਨੁੱਖ ਕੋਈ ਮੰਦਿਰ ਜਾਂ ਕੋਈ ਹਸਪਤਾਲ ਬਣਾ ਕੇ ਆਪਣੀ ਯਾਦ ਛੱਡ ਜਾਂਦਾ ਹੈ। ਜਿਵੇਂ ਅਨੇਕਾਂ ਮੰਦਿਰਾਂ ਤੇ ਗੁਰਦੁਆਰੇ, ਜਾਂ ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਜਾਂ ਮਦਰ ਟਰੇਸਾ। ਦੂਜੇ ਪਾਸੇ ਕੋਈ ਦੇਸ਼ ਜਾਂ ਕੌਮ ਲਈ ਕੁਰਬਾਨੀ ਦੇ ਜਾਏ, ਉਹ ਵੀ ਯਾਦ ਰੱਖਿਆ ਜਾਂਦਾ ਹੈ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ, ਜਿਵੇਂ ਸਾਡੇ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਅਨੇਕਾਂ ਸੂਰਮੇ, ਭਗਤ ਸਿੰਘ, ਊਧਮ ਸਿੰਘ ਜੀ ਵਰਗੇ। ਪਰ ਉਹ ਵੀ ਸਦਾ ਯਾਦ ਰਹਿੰਦੇ ਹਨ ਜੋ ਸਦਾ ਅਤਿਆਚਾਰ, ਜ਼ੁਲਮ ਹੀ ਕਰਦੇ ਚਲੇ ਗਏ। ਔਰੰਗਜ਼ੇਬ, ਅਡੋਲਫ ਹਿਟਲਰ ਵਰਗੇ, ਚੰਗੇਜ਼ ਖਾਨ ਵਰਗੇ। ਬਾਕੀ ਹੋਰ ਕਲਾਕਾਰ, ਵਿਦਵਾਨ ਅਤੇ ਖੋਜੀ ਆਪਣੀਆਂ ਡੂੰਘੀਆਂ ਯਾਦਾਂ ਜੱਗ ਤੇ ਛੱਡ ਜਾਂਦੇ ਹਨ। ਇਸ ਤਰ੍ਹਾਂ ਦੇ ਲੋਕ ਆਪਣੀਆਂ ਡੂੰਘੀਆਂ ਤੇ ਲੰਬੀਆਂ ਯਾਦਾਂ ਜੱਗ ਤੇ ਛੱਡ ਜਾਂਦੇ ਨੇ। ਇਹਨਾਂ ਵਿੱਚੋਂ ਕਈਆਂ ਦੀਆਂ ਯਾਦਾਂ ਬੜੀਆਂ ਮਿੱਠੀਆਂ ਯਾਦਾਂ ਤੇ ਪਿਆਰੀਆਂ ਹੁੰਦੀਆਂ ਨੇ, ਕੁਝ ਦੀਆਂ ਬੜੀਆਂ ਕੌੜੀਆਂ ਤੇ ਮਾਸੂਮਾਂ ਦੇ ਖੂਨ ਨਾਲ ਲਿਬੜੀਆਂ ਹੁੰਦੀਆਂ ਨੇ। ਦੂਜਾ ਕਾਲ ਹੈ ਵਰਤਮਾਨ ਕਾਲ। ਇਸ ਨੂੰ ਦੁਨੀਆ ਪੜ੍ਹਦੀ ਹੈ ਅਖਬਾਰਾਂ ਵਿੱਚੋਂ ਜਾਂ ਨਿਊਜ਼ ਵਿੱਚੋਂ ਵੇਖ ਕੇ, ਜਾਂ ਅਸੀਂ ਚਾਰ ਚੁਫੇਰੇ ਝਾਤੀ ਮਾਰ ਕੇ। ਸਭ ਤੋਂ ਲੰਬਾ ਕਾਲ ਹੈ ਭੂਤਕਾਲ ਅਤੇ ਸਭ ਤੋਂ ਛੋਟਾ ਹੈ ਵਰਤਮਾਨ ਕਾਲ, ਜੋ ਬਹੁਤ ਛੋਟਾ ਹੈ। ਪਰ ਭਵਿੱਖ ਕਾਲ ਬਾਰੇ ਤਾਂ ਅਸੀਂ ਕੁਝ ਜਾਣਦੇ ਹੀ ਨਹੀਂ, ਕਿਉਂਕਿ ਤੀਜਾ ਕਾਲ ਹੈ ਭਵਿੱਖ ਕਾਲ। ਉਸ ਦੇ ਬਾਰੇ ਸਾਡੇ ਜੀਵਨ ਵਿੱਚ ਬੜੇ ਸੁਪਨੇ ਹੁੰਦੇ ਨੇ, ਬੜੀਆਂ ਚਿੰਤਾਵਾਂ ਹੁੰਦੀਆਂ ਨੇ। ਪਰ ਭਵਿੱਖ ਕਾਲ ਬਾਰੇ ਤਾਂ ਅਸੀਂ, ਇਸੇ ਕਰਕੇ ਭਵਿੱਖ ਕਾਲ ਸਾਡਾ ਵਧੀਆ ਹੋਏਗਾ ਇਸ ਬਾਰੇ ਜਾਣਨ ਲਈ ਅਸੀਂ ਲੱਭ ਲਿਆ ਝੂਠਾ ਜਿਹਾ ਸਾਧਨ, ਰਾਸ਼ੀਆਂ ਪੜ੍ਹਨਾ ਜਾਂ ਰਾਸ਼ੀਆਂ ਸੁਣਨ ਦਾ। ਅੱਜ ਬੜੀ ਸੰਖਿਆ ਵਿੱਚ ਲੋਕ ਆਪਣਾ ਭਵਿੱਖ ਲੱਭਦੇ ਫਿਰਦੇ ਨੇ ਰਾਸ਼ੀਆਂ ਦੇ ਵਿੱਚੋਂ, ਜਾਂ ਲੇਕਾਂ ਲੋਕਾਂ ਨੂੰ ਆਪਣੇ ਹੱਥਾਂ ਦੀਆਂ ਲਕੀਰਾਂ ਵਿਖਾ ਕੇ। ਪਰ ਭਵਿੱਖ ਬਾਰੇ ਕੋਈ ਨਹੀਂ ਜਾਣਦਾ ਕਿ ਭਵਿੱਖ ਵਿੱਚ, ਆਉਣ ਵਾਲੇ ਸਮੇਂ ਵਿੱਚ ਜਾਂ ਫਿਊਚਰ ਵਿੱਚ ਕੀ ਕੁਝ ਹੋਣ ਵਾਲਾ ਹੈ। ਦੋਵੇਂ ਵਿਰੋਧੀ ਨੇ, ਕੇਸ ਲੜ ਰਹੇ ਨੇ ਇੱਕ ਦੂਜੇ ਦੇ ਖਿਲਾਫ। ਸਵੇਰੇ ਦੋਵੇਂ ਰਾਸ਼ੀ ਪੜ੍ਹ ਕੇ ਘਰੋਂ ਨਿਕਲਦੇ ਨੇ, ਕਚਹਿਰੀਆਂ ਵੱਲ ਨੂੰ ਕੇਸ ਦਾ ਫੈਸਲਾ ਹੁੰਦਾ ਹੈ। ਇੱਕ ਜਿੱਤਦਾ ਹੈ, ਇੱਕ ਹਾਰਦਾ ਹੈ। ਉਹਨਾਂ ਦੀ ਰਾਸ਼ੀ ਇੱਕ ਹੈ, ਪਰ ਇੱਕ ਹਾਰ ਕੇ ਦੁਖੀ ਘਰ ਮੁੜਦਾ ਤੇ ਇੱਕ ਸੁਖੀ ਹੋ ਕੇ ਜਿੱਤ ਕੇ ਮੁੜਦਾ ਹੈ। ਭਵਿੱਖ ਕਾਲ ਸੁਪਨਿਆਂ ਤੇ ਚਿੰਤਾਵਾਂ ਵਿੱਚ ਹੁੰਦਾ ਹੈ, ਫਿਰ ਉਹੀ ਜਦ ਵਰਤਮਾਨ ਕਾਲ ਵਿੱਚ ਬਦਲਦਾ ਹੈ, ਉਹ ਹਕੀਕਤ ਵਿੱਚ ਹੋ ਜਾਂਦਾ ਹੈ। ਫਿਰ ਉਹੀ ਜਦ ਭੂਤਕਾਲ ਵਿੱਚ ਬਦਲ ਜਾਂਦਾ ਹੈ, ਉਹੀ ਯਾਦਾਂ ਵਿੱਚ ਹੀ ਰਹਿ ਜਾਂਦਾ ਹੈ। ਸੋ ਇਸ ਕਰਕੇ ਸਾਡੇ ਕੋਲ ਹੈ ਅੱਜ ਵਰਤਮਾਨ। ਜਿਹੜਾ ਭੂਤਕਾਲ ਹੈ, ਜਿਹੜਾ ਪਾਸਟ ਹੈ, ਉਹ ਬੀਤ ਚੁੱਕਿਆ ਹੈ, ਉਹ ਵਾਪਸ ਨਹੀਂ ਆ ਸਕਦਾ। ਤੇ ਜਿਹੜਾ ਵਰਤਮਾਨ ਹੈ ਉਹ ਸਾਡੇ ਹੱਥ ਵਿੱਚ ਹੈ, ਕਿਉਂਕਿ ਭਵਿੱਖ ਵੀ ਹਾਲੇ ਆਇਆ ਨਹੀਂ। ਇਸ ਕਰਕੇ ਕੱਲ ਕਿਹਾ ਜਾਂਦਾ ਹੈ। ਭਵਿੱਖ ਨੂੰ ਵੀ ਅਸੀਂ ਕੱਲ ਕਹਿ ਦਿੰਦੇ ਹਾਂ, ਤੇ ਜਿਹੜਾ ਬੀਤ ਚੁੱਕਿਆ ਉਹਨੂੰ ਵੀ ਕੱਲ ਕਹਿ ਦਿੰਦੇ ਹਾਂ। ਪਰ ਜੋ ਹੁਣ ਹੈ ਸਾਡੇ ਕੋਲ, ਉਹਨੂੰ ਅਸੀਂ ਅੱਜ ਕਹਿੰਦੇ ਹਾਂ। ਅੱਜ ਸਾਡੇ ਕੋਲ ਹੈ, ਵਰਤਮਾਨ ਸਾਡੇ ਕੋਲ ਹੈ।
ਇਸ ਕਰਕੇ ਵਰਤਮਾਨ ਵਿੱਚ ਜਿਉਣਾ ਚਾਹੀਦਾ ਹੈ, ਕਿਉਂਕਿ ਅਸੀਂ ਜ਼ਿਆਦਾਤਰ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਵੇਖੀਏ, ਆਪਣੇ ਅੰਦਰ ਝਾਤ ਮਾਰੀਏ, ਤੇ ਅਸੀਂ ਬਹੁਤ ਜ਼ਿਆਦਾ ਸਮਾਂ ਇੱਕ ਦਿਨ ਵਿੱਚ ਜਾਂ ਪਾਸਟ ਵਿੱਚ ਜਿਉਂਦੇ ਹਾਂ ਜਾਂ ਫਿਊਚਰ ਵਿੱਚ ਜਿਉਂਦੇ ਹਾਂ। ਪਾਸਟ ਵਿੱਚ ਇਸ ਤਰ੍ਹਾਂ ਹੋਇਆ, ਪਾਸਟ ਵਿੱਚ ਉਹਨੇ ਇਹ ਗੱਲ ਕਹਿਤੀ, ਪਾਸਟ ਵਿੱਚ ਭੂਤਕਾਲ ਵਿੱਚ ਮੈਨੂੰ ਇੰਨੇ ਘਾਟੇ ਪਏ, ਮੈਂ ਇੰਨੇ ਦੁੱਖ ਸਹਿਣ ਕੀਤੇ, ਇਸ ਤਰ੍ਹਾਂ ਹੋਇਆ। ਬਹੁਤ ਸਾਰੀਆਂ ਯਾਦਾਂ ਦੇ ਵਿੱਚ ਡੁੱਬੇ ਰਹਿੰਦੇ ਹਾਂ, ਤੇ ਜਾਂ ਅਸੀਂ ਫਿਰ ਫਿਊਚਰ ਦੀਆਂ ਚਿੰਤਾਵਾਂ 'ਚ ਗੁਆਚੇ ਰਹਿੰਦੇ ਹਾਂ। ਅੱਗੇ ਕੀ ਹੋਏਗਾ, ਅੱਗੇ ਮੇਰੇ ਸੁਪਨੇ ਨੇ, ਅੱਗੇ ਮੈਂ ਇਸ ਤਰ੍ਹਾਂ ਕਰਾਂਗਾ। ਅਸਲ ਵਿੱਚ ਅਸੀਂ ਉਸ ਸਮੇਂ ਵਿੱਚ ਜ਼ਿਆਦਾ ਜਿਉਂਦੇ ਹਾਂ ਜੋ ਸਾਡੇ ਹੱਥ ਵਿੱਚ ਨਹੀਂ। ਸੁਪਨਿਆਂ ਦੀ ਦੁਨੀਆ 'ਚ ਹੀ ਜਿਉਂਦੇ ਰਹਿੰਦੇ ਹਾਂ, ਇੱਕ ਝੂਠੀ ਦੁਨੀਆ 'ਚ ਜਿਉਂਦੇ ਹਾਂ ਜੋ ਅਸੀਂ ਆਪ ਹੀ ਆਪਣੇ ਵਿਚਾਰਾਂ ਦੀ ਬਣਾਈ ਹੋਈ ਹੈ। ਜਿਵੇਂ ਇੱਕ ਮੱਕੜੀ ਜਾਲ ਤਿਆਰ ਕਰਦੀ ਹੈ ਤੇ ਉਸ ਜਾਲ ਵਿੱਚ ਹੀ ਫਸ ਜਾਂਦੀ ਹੈ, ਸਾਡੀ ਲਾਈਫ, ਸਾਡੀ ਜ਼ਿੰਦਗੀ ਵੀ ਕੁਝ ਇਸ ਤਰ੍ਹਾਂ ਦੀ ਹੋਈ ਹੈ। ਅਸੀਂ ਆਪਣੇ ਅੰਦਰ ਹੀ ਵਿਚਾਰਾਂ ਦਾ ਇੱਕ ਜਾਲ ਖੜਾ ਕਰ ਲੈਂਦੇ ਹਾਂ ਤੇ ਉਸ ਜਾਲ ਵਿੱਚ ਆਪ ਹੀ ਫਸਦੇ ਚਲੇ ਜਾਂਦੇ ਹਾਂ। ਇਹ ਜਾਲ ਹੈ ਪਾਸਟ ਦੀਆਂ ਯਾਦਾਂ ਦਾ, ਇਹ ਜਾਲ ਹੈ ਭਵਿੱਖ ਦੇ ਸੁਪਨਿਆਂ ਦਾ, ਚਿੰਤਾਵਾਂ ਦਾ। ਪਰ ਇਹਦੇ ਚੋਂ ਨਿਕਲ ਕੇ ਅਸੀਂ ਜਿਉਣਾ ਹੈ ਵਰਤਮਾਨ ਵਿੱਚ। ਵਰਤਮਾਨ ਹੈ ਜੋ ਅੱਜ ਹੈ, ਜੋ ਸਾਡੇ ਕੋਲ ਹੈ, ਜੇ ਹੁਣ ਚੱਲ ਰਿਹਾ ਹੈ, ਇਹ ਜਿਹੜੇ ਹੁਣ ਦੇ ਪਲ ਨੇ, ਇਹ ਵਰਤਮਾਨ ਹੈ। ਇਸ ਕਰਕੇ ਜਦੋਂ ਬੰਦਾ ਬਹੁਤ ਖੁਸ਼ ਹੋਏਗਾ, ਬਹੁਤ ਪ੍ਰਸੰਨ ਹੋਏਗਾ, ਉਦੋਂ ਉਹ ਵਰਤਮਾਨ ਕਾਲ ਵਿੱਚ ਹੋਏਗਾ। ਉਦੋਂ ਨਾ ਕੋਈ ਬੀਤ ਚੁੱਕੇ ਦੀ ਯਾਦ ਹੋਏਗੀ, ਨਾ ਆਉਣ ਵਾਲੇ ਦਾ ਕੋਈ ਚਿੰਤਾ ਜਾਂ ਨਾ ਕੋਈ ਸੁਪਨਾ ਹੋਏਗਾ। ਇਸ ਕਰਕੇ ਵਰਤਮਾਨ ਵਿੱਚ ਜਿਉਣਾ ਸਿੱਖੀਏ। ਤੇ ਪੰਜਾਬੀ ਦੇ ਮਹਾਨ ਕਵੀ ਭਾਈ ਵੀਰ ਸਿੰਘ ਜੀ ਨੇ ਵੀ ਆਪਣੀ ਰਚਨਾ ਵਿੱਚ ਵਰਤਮਾਨ ਦਾ ਜ਼ਿਕਰ ਕੀਤਾ ਹੈ। ਉਹ ਕਹਿੰਦੇ ਨੇ, ਕੱਲ ਚੁੱਕੀ ਹੈ ਬੀਤ, ਵਸ ਤੋਂ ਦੂਰ ਨਸਾਈ, ਭਲਕੇ ਅਜੇ ਹੈ ਦੂਰ, ਨਾਹੀਂ ਵਿੱਚ ਹੱਥਾਂ ਆਈ। ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ, ਅੱਜ ਇਹ ਮੁਫਤ ਗਵਾਈ। ਹੋ ਸੰਭਲ ਸੰਭਲ ਇਸ ਅੱਜ ਨੂੰ, ਇਹ ਬੀਤੇ ਮਹਾਰਸ ਪੀਂਦਿਆਂ, ਇਹ ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਰਸ ਹਰ ਕੀਰਤ ਚਾਹੁੰਦਿਆਂ। ਭਾਈ ਵੀਰ ਸਿੰਘ ਕਹਿੰਦੇ ਨੇ, ਅੱਜ ਹੀ ਤੇਰੇ ਕੋਲ ਹੈ, ਵਰਤਮਾਨ ਤੇਰੇ ਕੋਲ ਹੈ। ਭਵਿੱਖ ਦਾ ਕੀ ਪਤਾ, ਤੂੰ ਕੱਲ ਨੂੰ ਹੋਵੇਂ ਜਾਂ ਨਾ ਹੋਵੇਂ, ਕੁਝ ਨਹੀਂ ਕਿਹਾ ਜਾ ਸਕਦਾ। ਭਵਿੱਖ ਵਿੱਚ ਕੀ ਹੋਏਗਾ, ਭਵਿੱਖ ਵਿੱਚ ਇਹ ਸਰੀਰ ਰਵੇਗਾ ਜਾਂ ਨਹੀਂ ਰਵੇਗਾ, ਇਸ ਗੱਲ ਦਾ ਵੀ ਕੋਈ ਦਾਅਵਾ ਨਹੀਂ ਕੀਤਾ ਜਾ ਸਕਦਾ। ਅੱਜ ਸਾਡੇ ਕੋਲ ਹੈ, ਅੱਜ ਵਿੱਚ ਜਿਉਣਾ ਸਿੱਖੀਏ। ਤੇ ਜਿੱਦਣ ਅਸੀਂ ਅੱਜ ਵਿੱਚ ਜਿਉਣਾ ਸਿੱਖ ਲਿਆ, ਉਸ ਦਿਨ ਫਿਰ ਸਾਰੀਆਂ ਚਿੰਤਾਵਾਂ, ਫਿਕਰ, ਝੋਰੇ ਸਭ ਮਿਟ ਜਾਣਗੇ। ਇਸ ਕਰਕੇ ਅੱਜ ਵਿੱਚ, ਵਰਤਮਾਨ ਵਿੱਚ ਰਹਿ ਕੇ ਹੀ ਆਨੰਦ ਵਿੱਚ ਜਿਉਣਾ ਜਾ ਸਕਦਾ ਹੈ। ਸਭ ਤੋਂ ਵੱਡਾ ਆਨੰਦ ਤੇ ਵਰਤਮਾਨ ਵਿੱਚ ਛੁਪਿਆ ਹੋਇਆ ਹੈ, ਪ੍ਰੈਜ਼ੈਂਟ ਵਿੱਚ ਛੁਪਿਆ ਹੋਇਆ ਹੈ। ਇਸ ਕਰਕੇ ਪ੍ਰੈਜ਼ੈਂਟ ਵਿੱਚ ਜਿਉਈਏ, ਅੱਜ ਵਿੱਚ ਜਿਉਈਏ, ਅੱਜ ਮਿਹਨਤ ਕਰੀਏ, ਅੱਜ ਖੁਸ਼ ਰਹੀਏ, ਅੱਜ ਜੋ ਸਾਡੇ ਕੋਲ ਹੈ ਉਹਦੇ ਲਈ ਸ਼ੁਕਰ ਕਰੀਏ, ਜੋ ਅੱਜ ਹੈ ਉਸ ਨੂੰ ਮਾਣੀਏ। ਅਸੀਂ ਅੱਜ ਨੂੰ ਤੇ ਗਵਾ ਦਿੰਦੇ ਹਾਂ, ਜਾਂ ਪਾਸਟ ਵਿੱਚ ਜਾਂ ਫਿਊਚਰ ਵਿੱਚ, ਕਿਉਂਕਿ ਵਰਤਮਾਨ ਦੇ ਜਿਹੜੇ ਪਲ ਨੇ ਉਹਨਾਂ ਨੂੰ ਤੁਸੀਂ ਗਵਾ ਰਹੇ ਆ। ਜਦੋਂ ਅਸੀਂ ਬੀਤ ਚੁੱਕੇ ਦੀਆਂ ਯਾਦਾਂ 'ਚ ਹੁੰਨੇ ਆ ਜਾਂ ਆਉਣ ਵਾਲੇ ਦੀ ਚਿੰਤਾ 'ਚ ਹੁੰਨੇ ਆ, ਤੇ ਜਿਹੜਾ ਸਾਡਾ ਪ੍ਰੈਜ਼ੈਂਟ ਹੈ ਉਹਨੂੰ ਅਸੀਂ ਮੁਫਤ ਵਿੱਚ ਹੀ ਗਵਾ ਰਹੇ ਹੁੰਨੇ ਆ। ਇਸ ਕਰਕੇ ਅੱਜ ਵਿੱਚ ਆ ਜਾਈਏ, ਅੱਜ ਵਿੱਚ ਹੀ ਆਨੰਦ ਹੈ, ਵਰਤਮਾਨ ਵਿੱਚ ਆਨੰਦ ਹੈ। ਕੱਲ ਜੋ ਹੋਏਗਾ ਸੋ ਹੋਏਗਾ। ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਵਧੀਆ ਲੱਗੇਗੀ। ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਵੋ ਤਾਂ ਕਿ ਡੇਲੀ ਇਸ ਤਰ੍ਹਾਂ ਦੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।